एक मौका केजरीवाल नूं। सानू की यकीन होएगा कि कांग्रेस की सरकार वांग अगली बार भी असीं ठगे ना जाइए। हैदराबाद में 18 साल का बच्चा ऐप बना रहा, 100 करोड़ का रेवन्यू ठोक रहा, फंडिंग लै रहा। इत्थे आपां की करते पे आइल्स का एक आदमी कोई भी किसी का लीडर दस दिओ जिन्हां दे एसेट पिछले 10-15 सालों च 1000 गुना या 2000 गुना नहीं होए। ਵਪਾਰੀ ਨੂੰ ਰਾਜ્ય ਦੀ ਸਟੇਟ ਦੀ ਰੀੜ ਦੀ ਹੱਡੀ ਮੰਨਿਆ ਗਿਆ। ਕਦੀ ਰੀੜ ਦੀ ਹੱਡੀ ਤੇ ਤਾਂ ਕਿਸੇ ਨੇ ਤੇਲ ਨਹੀਂ ਲਾਇਆ। पंजाब पंजाबियों का नहीं रह रहा, बड़ा दुख लगता है। जनहितैषी टीआरपी नहीं खरीदते, भरोसा जीतते हैं हम। ਤੁਸੀਂ ਅੱਜ ਤੱਕ ਵੋਟਾਂ ਤੋਂ ਪਹਿਲਾਂ ਲੀਡਰਾਂ ਨੂੰ ਪਾਰਟੀਆਂ ਨੂੰ ਤੁਹਾਡੇ ਕੋਲ ਨੋਟਾਂ ਤੇ ਵੋਟਾਂ ਪਿੱਛੇ ਤਾਂ ਉਹਦਾ ਦੇਖਿਆ ਹੋਵੇਗਾ। 52 ਬਾਜ਼ਾਰ ਅੰਮ੍ਰਿਤਸਰ ਦੇ ਵਿੱਚ ਵਸਾਏ ਗਏ, ਅੰਮ੍ਰਿਤਸਰ ਦੇ ਵਿੱਚ ਬਿਜ਼ਨਸ ਨੂੰ ਡਿਵੈਲਪ ਕੀਤਾ ਗਿਆ। ਪਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਤੇ ਉਹਦੇ ਮਸਲੇ ਸੁਲਝਾਉਣ ਦੇ ਲਈ ਤੇ ਮਸਲੇ ਹੱਲ ਕਰਨ ਦੇ ਲਈ ਜੇ ਕੋਈ ਪਹਿਲੀ ਵਾਰੀ ਆਉਣ ਲੱਗੇ ਤਾਂ ਅਰਵਿੰਦ ਕੇਜਰੀਵਾਲ ਜੀ ਨੇ। ਇਸ ਕਰਕੇ ਲਾਊਡ ਅਪਲੌਜ਼ ਅੱਜ ਮੈਂ ਸਮਝਦਾ ਕਿ ਇਹਨਾਂ ਦੇ ਨਾਂ ਦਾ ਬਣਦਾ ਹੈ। ਔਰ ਅੱਜ ਹਾਜ਼ਰੀਨ ਲੋੜ ਵੀ ਹੈ, ਲੋੜ ਸ਼ਾਇਦ ਅਰਵਿੰਦ ਕੇਜਰੀਵਾਲ ਜੀ ਨੂੰ ਆਪਣੀ ਘੱਟ ਹੈ, ਪਰ ਆਪਾਂ ਨੂੰ ਪੰਜਾਬ ਵਾਲਿਆਂ ਨੂੰ ਅਰਵਿੰਦ ਕੇਜਰੀਵਾਲ ਜੀ ਤੇ ਆਮ ਆਦਮੀ ਪਾਰਟੀ ਦੀ ਵੱਧ ਲੋੜ ਹੈ। ਕਿਉਂਕਿ ਜਿਸ ਤਰੀਕੇ ਦੇ ਨਾਲ ਘੁਣ ਵਾਂਗੂ ਜੋਕਾਂ ਵਾਂਗੂ ਸਮੇਂ ਦੇ ਹੁਕਮਰਾਨ ਨੇ ਜਿਹੜੇ ਉਹ ਚਿੰਬੜੇ ਹੋਏ ਨੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਖਜ਼ਾਨੇ ਨੂੰ ਔਰ ਪੰਜਾਬ ਦੇ ਵਪਾਰੀਆਂ ਨੂੰ। ਸਰ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦੇਵਾਂਗਾ। GST ਰੈਵਨਿਊ ਸੀਐਮ ਸਾਹਿਬ, ਸਰ GST ਰੈਵਨਿਊ ਦੀ ਕਲੈਕਸ਼ਨ ਜਿਹੜੀ ਜੇ 2016 ਇਹ ਸੈਂਟਰਲ ਗਵਰਨਮੈਂਟ ਦੀਆਂ ਫਿਗਰਸ ਆਈਆਂ ਨੇ 16-17 ਦੇ ਵਿੱਚ ਜਦੋਂ ਵੈਟ ਸੀਗਾ ਉਹਨਾਂ ਨੇ ਸਾਰੇ ਕੰਪੋਨੈਂਟਸ ਫੈਕਟਰ ਇਨ ਕਰ ਲਏ ਸੀਗੇ। ਉਸ ਸਮੇਂ ਪੰਜਾਬ ਦੇ GST ਦੀ ਕਲੈਕਸ਼ਨ ਸੀਗੀ 18,400 ਕਰੋੜ। ਅੱਜ 4 ਸਾਲ ਬਾਅਦ ਉਹ ਹੋ ਗਈ, ਅੱਜ ਉਸ ਸਮੇਂ 2016-17 ਜਦੋਂ ਪੰਜਾਬ ਦੀ 18,400 ਸੀ ਤੇ ਦਿੱਲੀ ਦੀ 16,400 ਕਰੋੜ ਦੀ ਸੀਗੀ ਐਨੂਅਲੀ। ਤੇ ਅੱਜ 2020-21 ਦੇ ਵਿੱਚ ਜਦੋਂ ਦਿੱਲੀ ਦੀ ਤੁਸੀਂ 16,400 ਤੋਂ ਵਧਾ ਕੇ 34,500 ਕਰੋੜ ਦੀ ਕਰਦੀ, ਪੰਜਾਬ ਦੀ 18,400 ਤੋਂ ਘਟ ਕੇ 13,200 ਕਰੋੜ ਦੀ ਰਹਿ ਗਈ। ਇਹ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ 4 ਸਾਲਾਂ ਦੇ ਵਿੱਚ GST ਦੀ ਜਿਹੜੀ ਰੈਵਨਿਊ ਕਲੈਕਸ਼ਨ ਸੀ ਉਹ ਡਬਲ ਤੋਂ ਵੀ 2,000 ਕਰੋੜ ਵੱਧ ਕਰ ਦਿੱਤੀ। ਪੰਜਾਬ ਇੱਕ ਇੱਥੋਂ ਦੇ ਲੁਟੇਰਿਆਂ ਦੀ ਵਜ੍ਹਾ ਕਰਕੇ ਕੱਲੀ ਇਹੋ ਜਿਹੀ ਸਟੇਟ ਹੈ ਜਿਹਦਾ 5,000 ਕਰੋੜ ਘਟ ਗਿਆ। ਇਸ ਕਰਕੇ ਮੈਂ ਕਹਿੰਦਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਪੰਜਾਬ ਨੂੰ ਲੋੜ ਹੈ ਅੱਜ। ਔਰ PSPCL PSCRC ਦੇ ਡਾਟਾਸ ਕਹਿੰਦੇ ਨੇ ਕਿ 3 ਸਾਲਾਂ ਦੇ ਵਿੱਚ 14,000 ਕਰੋੜ ਦੀ 14,000 ਇੰਡਸਟਰੀ ਹੈ ਜਿਹੜੀ ਉਹ ਆਪਦਾ ਕਨੈਕਸ਼ਨ ਹੈ ਕਟਵਾ ਕੇ ਬਾਹਰ ਚਲੀ ਗਈ। ਸਿਡਬੀ ਔਰ ਸਿਵਲ ਦੀ ਰਿਪੋਰਟ ਆਈ ਹੈ ਜਿਹੜਾ ਅੱਜ ਤੋਂ 3 ਸਾਲ ਪਹਿਲਾਂ 7ਵੇਂ ਨੰਬਰ ਤੇ ਸੀ ਪੰਜਾਬ, ਅੱਜ ਉਹ ਤਿਲਕ ਕੇ 17ਵੇਂ ਨੰਬਰ ਤੇ ਪਹੁੰਚ ਚੁੱਕਿਆ ਤੇ ਸਿਰਫ ਔਰ ਸਿਰਫ JNK, ਛੱਤੀਸਗੜ੍ਹ ਔਰ ਝਾਰਖੰਡ ਪੰਜਾਬ ਤੋਂ ਪਿੱਛੇ ਨੇ। ਬਾਕੀ ਸਾਰੀ ਮੁਲਕ ਦੀਆਂ ਸਟੇਟਾਂ ਨੇ ਜਿਹੜੀਆਂ ਉਹ ਪੰਜਾਬ ਤੋਂ ਅੱਗੇ ਨਿਕਲ ਚੁੱਕੀਆਂ, ਕਿਉਂਕਿ ਸਿਰਫ ਔਰ ਸਿਰਫ ਇੱਥੋਂ ਦੇ ਹੁਕਮਰਾਨਾਂ ਦੀ ਵਜ੍ਹਾ ਕਰਕੇ ਦੋਏ ਹੱਥੀ ਫੌੜੇ ਨਾਲ ਲੁੱਟਦੇ ਰਹੇ ਨੇ, ਜਿਹਦੀ ਵਜ੍ਹਾ ਕਰਕੇ ਅੱਜ ਪੰਜਾਬ ਦੇ ਹਾਲਾਤ ਹੋਵੇ। ਇਸੇ ਕਰਕੇ ਅਸੀਂ ਬਾਰ-ਬਾਰ ਕਹਿੰਦੇ ਆ ਕਿ ਅੱਜ ਅਰਵਿੰਦ ਕੇਜਰੀਵਾਲ ਜੀ ਦੀ ਲੋੜ ਹੈ ਪੰਜਾਬ ਨੂੰ। ਸੋ ਹੁਣ ਮੈਂ ਇਸ ਤੋਂ ਪਹਿਲਾਂ ਕਿ ਹਾਊਸ ਓਪਨ ਕਰਾਂ, ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਅਮਿਤ ਭੱਲਾ ਜੀ ਨੇ, ਇਹ ਪ੍ਰਸਿੱਧਾ ਆਟਾ ਮੈਨੂਫੈਕਚਰਰ ਨੇ। ਅਮਿਤ ਜੀ ਪਲੀਜ਼ ਰੇਜ਼ ਯੋਰ ਹੈਂਡ, ਮਾਈਕ ਲੈ ਕੇ ਜਾਓ ਜੀ ਅਮਿਤ ਜੀ ਕੋਲ। ਹੈਲੋ ਅਮਿਤ ਜੀ, ਤੁਸੀਂ ਆਪਣਾ ਜਿਹੜਾ ਇਸ਼ੂ ਹੈ, ਜੋ ਤੁਸੀਂ ਸਲਾਹ ਦੇਣੀ ਚਾਹੁੰਦੇ ਹੋ, ਜੋ ਸੁਜੈਸ਼ਨ ਦੇਣਾ ਚਾਹੁੰਦੇ ਹੋ, ਪਲੀਜ਼ ਸੀਐਮ ਸਾਹਿਬ ਨਾਲ ਸ਼ੇਅਰ ਕਰੋ ਜੀ। ਸਰ ਦਿਸ ਸਾਈਡ ਵੇਅਰ ਆਈ ਕੈਨਟ ਸੀ ਯੂ ਜੀ। ਸਰ ਮੈਂ ਪਲੀਜ਼ ਕਰਿਓ। ਬਾय प्रोफेशन से मैं चार्टर्ड अकाउंटेंट हूँ, CA में। थोड़े नेड़े ला लो जी, माइक आवाज नहीं आ रही। पर मैं एम्प्लॉय टर्न्ड एंटरप्रेन्योर हाँ। I was in Delhi for 10 years, then I came back to Amritsar and I started my own this company। ਤੇ ਪ੍ਰਸ਼ਾਦਾ ਸਾਡਾ ਬ੍ਰਾਂਡ ਅੰਮ੍ਰਿਤਸਰ ਚੱਲਦਾ ਹੈ। ਸਰ ਰੂਟ ਕਾਜ਼ ਜੋ ਮੈਂ ਫੀਲ ਕੀਤਾ ਹੈ, ਕਿਉਂਕਿ ਮੈਂ ਪੰਜਾਬ ਦੇ ਜੰਮਪਲ ਅੰਮ੍ਰਿਤਸਰ ਰਿਹਾ, ਆਪਾਂ ਇੰਡਸਟਰੀ ਦੀ ਗੱਲ ਕਰਦੇ, ਇੰਡਸਟਰੀ ਚਲਾਏਗਾ ਕੌਣ? ਯੂਥ ਹੈਗਾ ਪੰਜਾਬ 'ਚ? ਨਹੀਂ ਗਾ, ਜਾਈ ਜਾ ਰਿਹਾ।
ਮੈਂ ਦੇਖਦਾ ਵਾਂ ਕਿ 18 ਸਾਲ ਦਾ ਬੱਚਾ ਹੁੰਦਾ, ਕਹਿੰਦਾ ਯਾਰ ਕੀ ਕਰਨਾ ਹੈ, ਕਹਿੰਦਾ ਯਾਰ ਆਇਲਸ ਕਰਨੀ ਹੈ। ਸਾਡੀ ਇੰਡਸਟਰੀ ਤੇ ਸਾਡਾ ਕਾਰੋਬਾਰ ਤੇ ਦਿਨੋਂ ਦਿਨ ਖਤਮ ਹੋਈ ਜਾਂਦਾ ਪਿਆ। हैदराबाद में गया, ऑडिट ਕਰਨ ਜਾਂਦਾ ਸੀ, मारुति बड़िया कंपनियां ਦੇ ऑडिट ਕੀਤੇ, 500 ਫੋਰਚੂਨ 500 ਦੇ ऑडिट ਕੀਤੇ। आई वाज इन PwC, ਪ੍ਰਾਈਸ ਵਾਟਰਹਾਊਸ ਕੂਪਰਸ, ਰਾਘਵ ਜੀ ਜਾਣਦੇ ਹੋਣਗੇ। ਤੇ ਉੱਥੇ ਮੈਂ ਦੇਖਦਾ 18 ਸਾਲ ਦਾ ਬੱਚਾ ਐਪ ਬਣਾ ਰਿਹਾ, 100 ਕਰੋੜ ਦਾ ਰੈਵਨਿਊ ਠੋਕ ਰਿਹਾ, ਫੰਡਿੰਗ ਲੈ ਰਿਹਾ। ਇੱਥੇ ਆਪਾਂ ਕੀ ਕਰਦੇ ਪਏ ਆ? ਆਇਲਸ ਕਰ ਰਹੇ, ਟੋਫਲ ਕਰ ਰਹੇ। ਪ੍ਰੋਬਲਮ ਕੀ ਹੈ? ਸਾਡੇ ਗ੍ਰਾਸ ਰੂਟ ਤੇ ਯੂਥ ਦੇ ਵਿੱਚ ਮਾਈਂਡਸੈਟ ਨਹੀਂ ਹੈ ਕ੍ਰੀਏਟੀਵਿਟੀ ਦਾ। ਉਹ ਨੌਕਰ ਬਣ ਰਿਹਾ ਬਾਹਰ ਜਾ ਜਾ ਕੇ। ਮੈਂ ਗਿਆ, ਮੈਂ ਬੈਠਾ ਸੀ, ਮੈਂ ਪਾਪਾ ਨੂੰ ਕਿਹਾ ਅੱਜ ਤੋਂ 3 ਸਾਲ ਪਹਿਲਾਂ, ਮੈਂ ਕਿਹਾ ਪਾਪਾ ਯਾਰ ਨੌਕਰੀ ਨਹੀਂ ਹੁੰਦੀ, ਕੁਛ ਆਪਣਾ ਕਰਨਾ। ਮੈਂ ਕਿਹਾ ਪਾਪਾ ਮੈਂ ਅੰਮ੍ਰਿਤਸਰ ਆਣਾ। ਕਹਿੰਦੇ ਯਾਰ ਇਹ ਚੱਕੀ ਕੀ ਹੈ, ਕੀ ਕਰਾਂਗੇ ਇਹਦੇ 'ਚ? ਮੈਂ ਕੁਛ ਨਾ ਕੁਛ ਕਰਾਂਗੇ। ਮੈਂ ਆਇਆ ਸਰ, ਆਪਣਾ ਬ੍ਰਾਂਡ ਲਾਂਚ ਕੀਤਾ, ਪ੍ਰਸ਼ਾਦਾ ਬਣਾਇਆ। ਮੈਂ ਇੱਥੋਂ ਦੇ ਲੋਕਾਂ ਨੂੰ ਅੱਜ ਤੋਂ 30-40 ਸਾਲ ਪੁਰਾਣਾ ਟੇਸਟ ਦਿੱਤਾ, ਮਾਰਕੀਟਿੰਗ ਕੀਤੀ, ਫੇਸਬੁੱਕ ਤੇ ਸੋਸ਼ਲ ਮੀਡੀਆ, ਡਿਜੀਟਲ ਮਾਰਕੀਟਿੰਗ, ਬਹੁਤ ਚੀਜ਼ਾਂ, ਬਹੁਤ ਕ੍ਰੀਏਟੀਵਿਟੀ ਕੀਤੀ। ਮੈਂ ਇੱਥੋਂ ਦਾ ਹੀ ਜੰਮਿਆ ਸਰ, ਮੈਂ ਇੱਥੋਂ ਹੀ ਚੀਜ਼ਾਂ ਸਿੱਖੀਆਂ, ਉੱਥੇ ਬਾਹਰ ਦਿੱਲੀ ਆ ਕੇ ਕੀਤੀਆਂ। ਤੇ ਮੈਨੂੰ ਲੱਗਦਾ ਸਭ ਤੋਂ ਵੱਡੀ ਪ੍ਰੋਬਲਮ ਸਾਡੀ ਜਿਹੜੀ ਯੂਥ ਦੀ ਹੈ ਕਿ ਯੂਥ ਨੂੰ ਰੋਕਿਆ ਜਾਵੇ। ਇੱਥੇ ਹੀ ਸੋਚ ਕੇ ਜਾਂਦਾ ਯਾਰ PR ਮਿਲ ਜੇਗੀ ਜਾਂ ਸਿਟੀਜ਼ਨਸ਼ਿਪ ਮਿਲ ਜੇਗੀ ਕੈਨੇਡਾ। ਕੀ ਚੱਲ ਰਿਹਾ ਸਾਡੇ ਪੰਜਾਬ 'ਚ? ਪੰਜਾਬ ਤੇ ਖਾਲੀ ਹੋ ਜਾਏਗਾ। ਲੋਕੀ ਕਹਿੰਦੇ ਭਾਜੀ ਜਲੰਧਰ ਜਾਓ, UP ਵਾਲਿਆਂ ਜ਼ਮੀਨਾਂ ਸੰਭਾਲੀਆਂ ਹੋਈਆਂ, ਇਹਨਾਂ ਨੇ ਜ਼ਮੀਨਾਂ ਸੰਭਾਲੀ ਕਿਉਂ? ਇੱਕ ਬੰਦਾ ਨਹੀਂ ਰਹਿਣ ਦੇ ਰਹੇ ਘਰ, ਸਾਰੇ ਹੀ ਕਹਿੰਦਾ ਬਾਪੇ ਵੀ ਲੈ ਜਾਓ, ਜ਼ਮੀਨਾਂ ਹੀ ਵੇਚ ਦਿਓ। ਕੈਨੇਡਾ ਵਾਲੇ ਤੇ ਕਹਿੰਦੇ ਆ ਜ਼ਮੀਨਾਂ ਵੇਚੋ ਤੇ ਪੈਸੇ ਇੱਧਰ ਲਿਆਓ, ਉਹਨਾਂ ਨੂੰ ਤੇ ਵਧੀਆ ਫੰਡਸ ਆ ਰਹੇ ਉਹਨਾਂ ਕੋਲ। 1 ਕਰੋੜ 1.5 ਕਰੋੜ ਪੋਪੂਲੇਸ਼ਨ ਆ, ਪੈਸੇ ਆ ਰਹੇ ਜ਼ਮੀਨਾਂ ਵੇਚ ਕੇ। ਤੇ ਸਭ ਤੋਂ ਵੱਡਾ ਪ੍ਰੋਬਲਮ ਹੈ ਪੰਜਾਬ ਦੀ ਇੰਡਸਟਰੀ ਕਿੱਦਾਂ ਵਧੇਗੀ ਜੇ ਯੂਥ ਹੀ ਨਹੀਂਗਾ। ਯੂਥ ਨੂੰ ਸੰਭਾਲੋ। ਬਜ਼ੁਰਗਾਂ ਨੇ ਥੋੜੀ ਵਪਾਰ ਕਰਨਾ, ਵਪਾਰ ਤੇ ਗਰਮ ਖੂਨ ਨੇ ਕਰਨਾ, ਵਪਾਰ ਤੇ ਕ੍ਰੀਏਟੀਵਿਟੀ ਤੋਂ ਆਏਗਾ। ਜੋ ਚੀਜ਼ ਹੀ ਨਹੀਂ ਹੋਏਗੀ ਵਪਾਰ ਕਿੱਦਾਂ ਚੱਲੇਗਾ? ਦੂਸਰੀ ਚੀਜ਼, ਚਲੋ NRI ਸਭ ਤੋਂ ਜ਼ਿਆਦਾ ਪੰਜਾਬ ਦਾ। ਕਿਹੜੇ ਮੰਤਰੀ ਕਿਹੜੇ ਬੰਦੇ ਨੇ ਅੱਜ ਤੱਕ ਕਿਹਾ ਯਾਰ NRI ਕੋ ਪੈਸਾ ਹੀ ਲੈ ਆਓ ਪੰਜਾਬ 'ਚ, ਵਪਾਰ ਹੀ ਲਾ ਲਓ, ਉਹਨਾਂ ਨੂੰ ਕੋਈ ਇਨਸੈਂਟਿਵ ਹੀ ਦੇ ਦਿਓ। ਕਿਸੇ ਵੀ ਪੰਜਾਬੀ ਬੰਦੇ ਨੂੰ ਕੈਨੇਡਾ ਵੈਂਕੂਵਰ 'ਚ ਬੈਠੇ ਬੰਦੇ ਨੂੰ ਪੁੱਛੋ, ਕਹਿੰਦਾ ਯਾਰ ਕੀ ਕੰਮ ਕਰਨਾ ਤੂੰ? ਕਹਿੰਦਾ ਯਾਰ ਮੇਰਾ ਦਿਲ ਕਰਦਾ ਮੈਂ ਆਪਣੇ ਪਿੰਡ ਚਲਾ ਜਾਵਾਂ। ਇਹੀਓ ਕਹਿੰਦਾ, ਬਹੁਤ ਯਾਦ ਆਉਂਦੀ ਉਹਨਾਂ ਨੂੰ, ਬਹੁਤ ਕੰਮ ਕਰਦਾ, ਹੱਡ ਧੋਰ ਮਿਹਨਤ ਕਰਦਾ, ਸਾਰਾ ਦਿਨ ਮਿਹਨਤ ਕਰਦਾ ਵਾ, ਕੋਈ ਉਹਨੂੰ ਦਿਨ ਰਾਤ ਮਿਹਨਤ ਕਰਦਾ, ਆਪਣੇ ਕਰਜ਼ੇ ਲਾਂਦਾ। ਪਰ ਜੇ ਆਪਾਂ ਉਹਨਾਂ ਨੂੰ ਇਨਸੈਂਟੀਵਾਈਜ਼ ਕਰੀਏ, ਉਹਨਾਂ ਕੋਲ ਯਾਰ ਵਾਪਸ ਆਓ, ਆਪਣੇ ਇੱਥੇ ਵਪਾਰ ਲਾਓ, ਕੋਈ ਆਪਾਂ ਸੈੱਲ ਬਣਾਈ, ਐਂਟਰਪ੍ਰੀਨਿਓਰਸ਼ਿਪ ਸੈੱਲ ਬਣਾਈ ਉਹਨਾਂ ਨੂੰ ਇੱਥੇ ਵਪਾਰ ਲਾਉਣ ਵਾਸਤੇ। ਮੇਰੀ ਸੁਜੈਸ਼ਨ ਹੈ ਤੁਹਾਨੂੰ ਕਿ ਜੇ ਚਲਾ ਹੀ ਗਿਆ ਤਾਂ ਉਹਨੂੰ ਵਾਪਸ ਲਿਆਈਏ। ਇੰਨਾ ਪੈਸਾ ਪੰਜਾਬੀਆਂ ਕੋਲ, ਇੰਨਾ ਪੈਸਾ, ਟੈਸਲਾ, ਮਾਈਕਰੋਸਾਫਟ, ਇਨਫੋਸਿਸ, ਮਤਲਬ ਇੰਡੀਆ ਤਗੜੇ MNCs, ਫੇਸਬੁੱਕ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੰਡੀਅਨਸ ਪੰਜਾਬੀ ਬੈਠੇ ਹੋਏ ਜਿਹੜੇ ਉਹਦੇ ਜੌਬ ਕਰਦੇ ਆ, ਤੇ ਆਪਾਂ ਉਹਨਾਂ ਨੂੰ ਕਿਉਂ ਨਹੀਂ ਲਿਆ ਸਕਦੇ? ਮੈਂ ਵੀ ਆਇਆ ਵਾਪਸ, ਆਈ ਵਾਜ਼ ਇਨ ਦਿੱਲੀ ਤੇ ਵਾਪਸ ਆਏ। ਥੈਂਕ ਯੂ ਅਮਿਤ ਜੀ। ਅਮਿਤ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ, ਔਰ ਮੈਂ ਇਹਦੇ ਸਰ ਇੱਕ ਗੱਲ ਜ਼ਰੂਰ ਐਡ ਕਰੂੰਗਾ ਕਿ ਇੱਥੋਂ ਦਾ ਅਮਿਤ ਜੀ ਪੋਲੀਟੀਕਲ ਲੀਡਰਸ਼ਿਪ ਦਾ ਇੰਨਾ ਕੁ ਪਿਛਲੇ 2 ਮਹੀਨੇ ਪਹਿਲਾਂ ਸੁਖਬੀਰ ਬਾਦਲ ਜੀ ਨੇ ਅਕਾਲੀ ਦਲ ਦਾ 13 ਪੁਆਇੰਟ ਏਜੰਡਾ ਐਲਾਨ ਕੀਤਾ, ਜਿਹਦੇ 'ਚ ਇੱਕ ਪੁਆਇੰਟ ਇਹ ਸੀਗਾ ਕਿ ਜੇ ਪੰਜਾਬ ਦਾ ਕੋਈ ਬੱਚਾ ਆਇਲਟਸ ਕਰਕੇ ਬਾਹਰ ਜਾਣਾ ਚਾਹੁੰਦਾ ਤਾਂ ਉਹਨੂੰ ਪੰਜਾਬ ਸਰਕਾਰ ਅਕਾਲੀ ਦਲ ਦੀ ਜੇਬ ਬਣ ਜਾਂਦੀ ਹੈ ਤਾਂ 10 ਲੱਖ ਰੁਪਇਆ ਉਹਨੂੰ ਲੋਨ ਫ੍ਰੀ ਔਰ ਗਾਰੰਟੀ ਫ੍ਰੀ ਲੋਨ ਦਿੱਤਾ ਜਾਏਗਾ। ਇਹਨਾਂ ਨੂੰ ਇਹ ਪੁੱਛੇ ਕੋਈ ਅੱਜ ਤੋਂ 10 ਸਾਲ ਤਾਂ ਪਹਿਲਾਂ ਕਹਿੰਦੇ ਸੀਗੇ ਕਿ ਤੁਸੀਂ ਸਾਡੀ ਸਰਕਾਰ ਲਿਆਓ, ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਾਂਗੇ, ਹੁਣ ਕਹਿੰਦੇ ਨੇ ਸਾਡੇ ਤੋਂ ਨਹੀਂ ਬਣਿਆ ਹੈਗਾ, ਤੁਸੀਂ ਉੱਧਰ ਨਹੀਂ ਜਾਓ। ਆਹ ਇੰਟੈਲੈਕਚੁਅਲ ਬੈਂਕਰਪਸੀ ਹੈ ਅਕਾਲੀ ਦਲ ਤੇ ਕਾਂਗਰਸ ਦੇ ਲੀਡਰਾਂ ਦੀ। ਸੋ ਹੁਣ ਮੈਂ ਬੇਨਤੀ ਕਰੂੰਗਾ ਸੰਜੀਵ ਸਹਿਗਲ ਜੀ ਨੂੰ, ਇਹ ਜੁਐਲਰੀ ਦਾ ਕੰਮ ਕਰਦੇ ਨੇ, ਰਿਨੋਨ ਬਿਜ਼ਨਸਮੈਨ ਨੇ ਸਰ ਅੰਮ੍ਰਿਤਸਰ ਦੇ ਜੀ। ਨਮਸਕਾਰ ਸਰ, ਮੇਰਾ ਨਾਮ ਸੰਜੀਵ ਸਹਿਗਲ ਹੈ, ਮੈਂ 30 ਸਾਲ ਤੋਂ ਜੁਐਲਰੀ ਬਿਜ਼ਨਸ 'ਚ ਹਾਂ। ਸਰ ਮੈਂ ਕਹਿਣਾ ਚਾਹ ਰਿਹਾ ਕਿ ਵਪਾਰੀ ਨੂੰ ਰਾਜੇ ਦੀ, ਸਟੇਟ ਦੀ ਰੀੜ੍ਹ ਦੀ ਹੱਡੀ ਮੰਨਿਆ ਗਿਆ ਸ਼ੁਰੂ ਤੋਂ, ਲੇਕਿਨ ਉਹ ਪਿਛਲੇ 70-74 ਸਾਲਾਂ ਤੋਂ ਕਹਿਣ ਦੀਆਂ ਗੱਲਾਂ ਉਹ ਰੀੜ੍ਹ ਦੀ ਹੱਡੀ ਹੈ। ਕਦੀ ਰੀੜ੍ਹ ਦੀ ਹੱਡੀ ਤੇ ਤਾਂ ਕਿਸੇ ਨੇ ਤੇਲ ਨਹੀਂ ਲਾਇਆ, ਸਭ ਗੱਲਾਂ 'ਚ ਹੀ ਰਹਿ ਗਿਆ, ਕਿਤਾਬਾਂ 'ਚ ਹੀ ਰਹਿ ਗਿਆ, ਦਿੱਤਾ ਕਿਸੇ ਨੇ ਕਦੀ ਕੁਛ ਨਹੀਂ। 74 ਸਾਲਾਂ ਤੋਂ ਵਪਾਰੀ ਨੂੰ ਕਦੀ ਕਿਸੇ ਸਰਕਾਰ ਨੇ ਵੀ ਇੱਕ 10 ਰੁਪਏ 100 ਰੁਪਇਆ ਵੀ ਮੁਆਵਜ਼ਾ ਨਹੀਂ ਦਿੱਤਾ ਹੋਣਾ। ਤੁਸੀਂ ਫੋਰਨ 'ਚ ਦੇਖੋ ਕਿਸ ਤਰ੍ਹਾਂ ਕਰੋਨਾ ਕਾਲ ਹੋਇਆ, ਕਈ ਕੁਛ ਉਹਨਾਂ ਨੂੰ ਦਿੱਤਾ, ਜਿੰਨਾ ਕਿਸੇ ਦਾ ਟੈਕਸ ਦਾ ਸਲੈਬ ਰੇਟ ਸੀ ਉਸ ਅਨੁਸਾਰ। ਤੁਸੀਂ ਵੀ ਸਰ 3 ਗਰੰਟੀਆਂ ਦਿੱਤੀਆਂ ਜਿਹੜੀਆਂ ਬਹੁਤ ਵਧੀਆ ਸੀ, ਜਿਹਦੀ ਕਾਪੀ ਕਰੀ ਜਾ ਰਹੇ ਦਵਾ ਦੂਜੀ ਪਾਰਟੀਆਂ ਵਾਲੇ। ਪਹਿਲੀ ਜਿਹੜੀ ਆਪਣਾ ਤੁਸੀਂ ਬਿਜਲੀ ਦੀ, ਸੈਕੰਡ ਹੈਲਥ ਦੀ, ਕੱਲ ਜਿਹੜੀ ਤੁਸੀਂ ਲੇਡੀਜ਼ ਵਾਸਤੇ ਗਰੰਟੀ ਦਿੱਤੀ ਬਹੁਤ ਅੱਛੀ ਸੀ।
ਸ਼ਾਇਦ ਹਾਲੀ ਤੱਕ ਉਹਦੀ ਕਾਪੀ ਨਹੀਂ ਹੋਈ। ਸਰ ਮੈਂ ਚਾਹ ਰਿਹਾ ਸੀ ਕਿ ਵਪਾਰੀਆਂ ਵਾਸਤੇ ਵੀ ਤੁਸੀਂ ਕੋਈ ਗਰੰਟੀ ਦਿਓ ਕਿ ਜਿਹਦੇ ਨਾਲ ਵਪਾਰੀ ਵਰਗ ਵੀ ਖੁਸ਼ੀ-ਖੁਸ਼ੀ ਆਮ ਆਦਮੀ ਪਾਰਟੀ ਨਾਲ ਜੁੜੇ ਔਰ ਵੱਧ ਚੜ ਕੇ ਇਸ ਮੁਹਿੰਮ 'ਚ ਹਿੱਸਾ ਲਵੇ। ਉਹ ਗਰੰਟੀ ਸਿਰਫ ਵਪਾਰੀ ਨੂੰ ਹੋਰ ਕੁਝ ਨਹੀਂ ਚਾਹੀਦਾ, ਇੱਕੋ ਚੀਜ਼ ਚਾਹੀਦੀ ਹੈ ਕਿ ਉਹਦੀ ਲਾਈਫ ਸਿਕਿਉਰਡ ਹੋਵੇ, ਕਿ ਉਹਨੂੰ ਜਿਸ ਤਰ੍ਹਾਂ ਲਾਈਫ ਇੰਸ਼ੋਰੈਂਸ ਵਗੈਰਾ, ਕਿ ਜਿਹਦੇ ਨਾਲ ਉਹਦਾ ਪਰਿਵਾਰ ਸੇਫ ਹੋਵੇ। ਸਰ ਜਿਸ ਲਈ ਉਹਦਾ ਪਰਿਵਾਰ ਸੇਫ ਹੋਏਗਾ ਨਾ, ਉਹਦੇ ਸਿਰ ਤੇ ਉਹਦੇ ਬ੍ਰੇਨ ਤੇ ਬਰਡਨ ਬਹੁਤ ਘੱਟ ਹੋਏਗਾ, ਉਹ ਵੱਧ ਚੜ ਕੇ ਇਸ ਮੁਹਿੰਮ 'ਚ ਹਿੱਸਾ ਲਏਗਾ ਔਰ ਸਰਕਾਰ ਨੂੰ ਤਰੱਕੀ ਤੇ ਲੈ ਕੇ ਜਾਣ 'ਚ ਪੂਰਾ ਯੋਗਦਾਨ ਕਰੇ। ਬਸ ਸਰ ਇਹੋ ਹੀ ਮੇਰੀ ਰਿਕੁਐਸਟ ਹੈ ਕਿ ਇਹ ਸਾਰੇ ਵਪਾਰੀਆਂ ਵਾਸਤੇ, ਇਹ ਨਹੀਂ ਕਿ ਜੂਲਰਾਂ ਵਾਸਤੇ, ਸਾਰੇ ਵਪਾਰੀਆਂ ਵਾਸਤੇ ਮੈਂ ਕਹਿ ਰਿਹਾ। ਥੈਂਕ ਯੂ ਸਰ। ਥੈਂਕ ਯੂ ਸੰਜੀਵ ਜੀ। ਮੈਂ ਤੁਹਾਨੂੰ ਰਿਮਾਈਂਡ ਕਰਾਵਾਂ ਜੀ ਕਿ ਜਦੋਂ ਮੋਦੀ ਸਰਕਾਰ ਆਈ 2014 ਦੇ ਵਿੱਚ, ਉਦੋਂ ਸੈਂਟਰਲ ਡਿਊਟੀ ਲਗਾਉਣ ਲੱਗੇ ਸੀਗੀ ਜੀ, ਤੇ ਉਹ ਅਰਵਿੰਦ ਕੇਜਰੀਵਾਲ ਜੀ ਹੀ ਸੀਗੇ ਜਿਨ੍ਹਾਂ ਨੇ ਤੁਹਾਡੇ ਇੱਥੇ ਪੰਜਾਬ ਦੇ ਵਿੱਚ ਪ੍ਰੋਟੈਸਟ ਦੇ ਵਿੱਚ ਵੀ ਸ਼ਾਮਲ ਹੋਏ ਤੇ ਜਿਊਲਰਸ ਨੂੰ ਲੈ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਲੈ ਕੇ ਗਏ। ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਹੋਏਗਾ, ਤੇ ਉਸ ਸਮੇਂ ਸੀਗਾ ਕਿ ਜਿਹਦੀ ਵਜ੍ਹਾ ਕਰਕੇ ਉਹ ਰੁਕ ਗਿਆ ਸੀਗਾ। ਸੋ ਅਰਵਿੰਦ ਜੀ ਹਮੇਸ਼ਾ ਵਪਾਰੀਆਂ ਦੇ ਨਾਲ ਖੜੇ ਨੇ ਜੀ। ਹੁਣ ਮੈਂ ਬੇਨਤੀ ਕਰੂੰਗਾ ਰਮਨਪ੍ਰੀਤ ਜੀ ਨੂੰ, ਸ਼ਾਪਕੀਪਰ ਨੇ ਅੰਮ੍ਰਿਤਸਰ ਤੋਂ। ਰਮਨ ਜੀ। ਸਭ ਤੋਂ ਪਹਿਲਾਂ ਸਟੇਜ ਦੇ ਉੱਪਰ ਬਿਰਾਜਮਾਨ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੇ ਮੈਂ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਚਾਹੁੰਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਿਹ। ਤੇ ਸਰ ਮੈਂ ਇਹ ਅੰਮ੍ਰਿਤਸਰ ਦਾ ਇੱਕ ਦੁਕਾਨਦਾਰ ਹੈ, ਮੇਰੀ ਦੁਕਾਨ ਹੈ ਐਨਕਾਂ ਦੀ। ਤੇ ਸਰ ਮੈਂ ਇਹ ਕਹਿਣਾ ਚਾਹੁੰਦਾ, ਜਿਵੇਂ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਕੋਈ ਵੀ ਨਗਰ ਨਿਗਮ ਨੂੰ ਅਸੀਂ ਸਾਰੇ ਟੈਕਸ ਵਗੈਰਾ ਪੇ ਕਰਦੇ ਹਾਂ, ਲਾਇਸੈਂਸ ਫੀਸ ਹੋ ਗਈ ਆ ਜਾਂ ਪ੍ਰੋਪਰਟੀ ਟੈਕਸ ਹੋ ਗਏ ਜਾਂ ਹਰ ਤਰ੍ਹਾਂ ਦੇ ਕਿੰਨੇ ਵੀ ਟੈਕਸ ਸੂਬਾ ਸਰਕਾਰ ਵੱਲੋਂ ਹੁੰਦੇ ਆ, ਅਸੀਂ ਪੇ ਕਰਦੇ ਆ। ਪਰ ਜੋ ਵੀ ਮਤਲਬ ਕਿ ਅੰਮ੍ਰਿਤਸਰ ਦੀ ਲੋਕਲ ਗੌਰਮੈਂਟ ਹੈਗੀ ਆ, ਉਹ ਸਾਡੀ ਕੰਪਲੇਂਟ ਦੇ ਉੱਪਰ ਕੋਈ ਕੰਮ ਨਹੀਂ ਕਰਦੀ। ਅਸੀਂ ਉਹਨਾਂ ਨੂੰ ਕੰਪਲੇਂਟ ਦਿੰਦੇ ਆ ਕਿ ਸਾਡੀ ਸੜਕ ਦੇ ਅੱਗੇ ਇਨਫਰਾਸਟ੍ਰਕਚਰ ਖਰਾਬ ਹੈ, ਕੋਈ ਪਾਣੀ ਖਲੋਂਦਾ ਹੈ, ਕੋਈ ਪਾਣੀ ਨਹੀਂ ਆ ਰਿਹਾ ਜਾਂ ਲਾਈਟ ਨਹੀਂ ਆ ਰਹੀ, ਕੋਈ ਵੀ ਮਤਲਬ ਕਿ ਅੰਮ੍ਰਿਤਸਰ ਦੀ ਸਮੱਸਿਆ ਹੁੰਦੀ ਆ ਉਹਨੂੰ ਸਰਕਾਰ ਦੂਰ ਨਹੀਂ ਕਰਦੀ, ਚਾਹੇ ਇੰਕਰੋਚਮੈਂਟ ਦੀ ਸਮੱਸਿਆ ਹੈ, ਚਾਹੇ ਕੋਈ ਵੀ ਸਮੱਸਿਆ ਹੈਗੀ ਹੈ। ਤੇ ਮੈਂ ਇਹ ਚਾਹੁੰਦਾ ਕਿ ਆਮ ਆਦਮੀ ਪਾਰਟੀ ਜਿਹੜੀ ਆਵੇ ਉਹ ਹਰ ਤਰ੍ਹਾਂ ਦਾ ਸੁਧਾਰ ਕਰੇ ਜੋ ਕਿ ਦੁਕਾਨਦਾਰ ਨੂੰ ਕਾਰੋਬਾਰ ਕਰਨਾ ਸੁਖਾਲਾ ਹੋਵੇ। ਤੇ ਜਿਹੜੇ ਟੈਕਸਾਂ ਦੀ ਫੀਸ ਆ ਉਹਨੂੰ ਵੀ ਨੋਮੀਨੀ ਮਤਲਬ ਕੀਤਾ ਜਾਵੇ। ਜਿਹੜੀ ਟੈਕਸ ਦੀ ਫੀਸ ਹੈਗੀ ਬਹੁਤ ਜ਼ਿਆਦਾ ਹੈਗੀ ਆ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਪਿੱਛੇ ਜੇ ਮਤਲਬ ਕਿ ਜੋ ਵੀ ਹਾਲਤ ਬਣੇ ਆ, ਨੋਟਬੰਦੀ ਹੋਈ ਆ, ਕਰੋਨਾ ਦਾ ਵੀ ਸਮਾਂ ਆਇਆ ਤੇ ਕਾਰੋਬਾਰ ਦੇ ਕੀ ਹਾਲਤ ਰਹੇ ਨੇ। ਬਾਕੀ ਸਰ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ, ਜਿਹੜੇ ਦੁਕਾਨਦਾਰ ਹੈਗੇ ਆ, ਅਗਰ ਉਹਨਾਂ ਨੂੰ ਵਪਾਰ ਲਈ ਚੰਗਾ ਮਾਹੌਲ ਦਿੱਤਾ ਜਾਊਗਾ ਤੇ ਉਹ ਤਾਂ ਹੀ ਲੋਕਾਂ ਲਈ ਜਿਹੜੇ ਹੈਗੇ ਰੁਜ਼ਗਾਰ ਪੈਦਾ ਕਰੂਗਾ। ਕਿਉਂਕਿ ਜਿਹੜਾ ਦੁਕਾਨਦਾਰ ਹੁੰਦਾ ਹੈ ਉਹ ਕਈ ਘਰਾਂ ਨੂੰ ਰੁਜ਼ਗਾਰ ਦੇ ਸਕਦਾ ਹੈ, ਪਰ ਜੇ ਚੰਗਾ ਮਾਹੌਲ ਹੋਏਗਾ ਦੇਸ਼ ਵਿੱਚ ਕਾਰੋਬਾਰ ਕਰਨ ਦਾ ਤੇ ਉਹ ਤਾਂ ਹੀ ਸਾਰੇ ਦੇਸ਼ ਦੀ ਜਾਂ ਆਪਣੇ ਸ਼ਹਿਰ ਦੀ ਅਰਥ ਵਿਵਸਥਾ ਨੂੰ ਚੰਗਾ ਕਰ ਸਕਦਾ ਹੈ। ਇਹ ਸਰ ਮੇਰੀ ਬੇਨਤੀ ਤੁਹਾਨੂੰ। ਬਹੁਤ ਬਹੁਤ ਧੰਨਵਾਦ ਰਮਨ ਜੀ। ਗੁੱਡ ਗਵਰਨੈਂਸ ਔਰ ਈਜ਼ ਆਫ ਡੂਇੰਗ ਬਿਜ਼ਨਸ ਤਾਂ ਅਰਵਿੰਦ ਜੀ ਦੀ ਵੈਸੀ ਸਟਰੈਂਥ ਨੇ। ਸੋ ਹੁਣ ਮੈਂ ਬੇਨਤੀ ਕਰੂੰਗਾ ਸਰ ਗੁਰਜੀਤ ਸਿੰਘ ਸੇਖੋਂ ਜੀ। ਗੁਰਜੀਤ ਜੀ ਸੇਖੋਂ ਸਾਹਿਬ ਤੁਸੀਂ ਆਪਣਾ ਪੁਆਇੰਟ। ਮਾਨਯੋਗ ਅਰਵਿੰਦ ਜੀ, ਕੋਈ ਵੀ ਸ਼ਹਿਰ 'ਚ ਇੰਡਸਟਰੀ ਫੋਕਲ ਪੁਆਇੰਟ ਤੇ ਲੱਗਦੀ ਹੈ। ਅੰਮ੍ਰਿਤਸਰ ਦਾ ਫੋਕਲ ਪੁਆਇੰਟ ਸਭ ਤੋਂ ਜ਼ਿਆਦਾ ਨੈਗਲੈਕਟਡ ਹੈ। ਇੱਥੇ ਜ਼ਮੀਨ ਅਲੋਟਡ ਹੈਗੀ ਆ ਫॉर ESI ਹਸਪੀਟਲ, ਪਾਵਰ ਪੰਪ ਸਟੇਸ਼ਨ ਐਂਡ ਫਾਇਰ ਬ੍ਰਿਗੇਡ, ਪਰ ਅੱਜ ਤੱਕ ਨਹੀਂ ਲੱਗੇ। ਸੈਂਟਰਲ ਗਵਰਨਮੈਂਟ 85% ਦਿੰਦੀ ਹੈ ESI ਹਸਪੀਟਲ ਨੂੰ ਬਣਾਉਣ ਦੇ ਲਈ, ਪਰ ਕੁਝ ਵੀ ਇਹ ਨਹੀਂ ਕੀਤਾ ਗਿਆ। ਮੈਂ ਤੁਹਾਨੂੰ ਆਹ ਰਿਕੁਐਸਟ ਕਰਾਂਗਾ ਕਿ ਇੱਥੇ ਦੀਆਂ ਸੜਕਾਂ, ਇੱਥੇ ਦਾ ਸੀਵਰੇਜ, ਜੇ ਤੁਸੀਂ ਤੁਹਾਡੇ ਜਿਹੜੇ ਮੈਂਬਰਸ ਨੇ ਉਹ ਜਾਂਦੇ ਹੋਣਗੇ, ਦੇਖਦੇ ਹੋਣਗੇ, ਇਹ ਪਲੀਜ਼ ਫੋਕਲ ਪੁਆਇੰਟ ਤੇ ਜ਼ਰੂਰ ਆਪਣੀ ਫੋਕਸ ਕਰੋ। ਅੱਜ ਜਿਹੜੀ ਆਟੋ ਇੰਡਸਟਰੀ ਹੈ ਇਹ ਬਹੁਤ ਲੋਕਾਂ ਨੂੰ ਕੰਮ ਦਿੰਦੀ ਹੈ ਤੇ ਆਹ ਦੇਖਿਆ ਗਿਆ ਕਿ ਅੱਗੇ ਜਦੋਂ ਵੀ ਕਾਰਾਂ ਕੋਈ ਲੈਂਦਾ ਸੀ ਤੇ ਉਹ ਸੀ ਫਾਰਮ ਦੇ ਉੱਤੇ ਕਾਰਾਂ ਆਪਣੀਆਂ ਖਰੀਦਦਾ ਸੀ। ਜਦੋਂ ਮਹੀਨੇ 'ਚ ਜਿੰਨੀਆਂ ਕਾਰਾਂ ਵਿਕ ਜਾਂਦੀਆਂ ਸੀ ਉਹਦਾ ਟੈਕਸ ਜਮ੍ਹਾਂ ਕਰਾ ਦਿੰਦਾ ਸੀ। ਹੁਣ ਸੈਂਟਰਲ ਗਵਰਨਮੈਂਟ ਨੇ ਤੁਹਾਨੂੰ ਐਟ ਦ ਗੇਟ, ਤੁਹਾਨੂੰ ਜੇ ਤੁਸੀਂ 100 ਕਾਰਾਂ ਲਈਆਂ ਤੇ 100 ਦਾ ਤੁਹਾਨੂੰ ਟੈਕਸ ਜਮ੍ਹਾਂ ਕਰਾਉਣਾ ਪਏਗਾ। ਜੇ ਤੁਹਾਡੀਆਂ 50 ਵਿਕੀਆਂ ਨੇ ਤੇ ਬਾਕੀ 50 ਅਗਲੇ 2 ਮਹੀਨਿਆਂ 'ਚ ਵਿਕੀਆਂ ਨੇ, ਤੁਹਾਡੇ ਤੇ ਜਿਹੜਾ ਇੰਟਰਸਟ ਹੈਗਾ, ਜਿਹੜਾ ਤੁਸੀਂ GST ਦਿੱਤਾ ਉਹ ਵੱਧਦਾ ਜਾਂਦਾ ਤੇ ਤੁਹਾਨੂੰ ਉਹ ਪੈਸਾ ਮਿਲਦਾ ਨਹੀਂ ਹੈ। ਇਹਦੇ ਕਰਕੇ ਆਉਣ ਵਾਲੇ ਟਾਈਮ ਵਿੱਚ ਬੜੀਆਂ ਆਟੋਮੋਬਾਈਲ ਜਿਹੜੀਆਂ ਕੰਪਨੀਆਂ ਨੇ ਉਹ ਆਪਣਾ ਕਾਰੋਬਾਰ ਬੰਦ ਕਰਨਗੀਆਂ। ਅੰਮ੍ਰਿਤਸਰ ਜੇ ਅੱਜ ਦੇ ਦਿਨ 'ਚ ਜ਼ਿੰਦਾ ਹੈ ਤੇ ਉਹ ਟੂਰਿਜ਼ਮ ਕਰਕੇ ਹੈ। ਗੋਲਡਨ ਟੈਂਪਲ ਤੇ ਜਿਹੜੇ ਸਾਡੇ ਹੋਰ ਟੈਂਪਲਸ ਅੰਮ੍ਰਿਤਸਰ ਦੇ ਵਿੱਚ ਨੇ, ਸਾਨੂੰ ਲੋੜ ਹੈਗੀ ਹੈ ਕਿ ਇੱਥੇ ਕੁਝ
ਥੀਮ ਪਾਰਕਸ ਜਿਵੇਂ ਡਿਜ਼ਨੀਲੈਂਡ ਜਾਂ ਯੂਨੀਵਰਸਲ ਸਟੂਡੀਓ ਵਰਗੇ ਬਣਾਏ ਜਾਣ ਤਾਂ ਕਿ ਇੱਥੇ ਜਿਹੜੇ ਲੋਕ ਆਣ ਉਹ 3-4 ਦਿਨ ਰਹਿਣ, ਉਹਦੇ ਨਾਲ ਹਰੇਕ ਇਨਸਾਨ ਨੂੰ ਫਾਇਦਾ ਮਿਲੇਗਾ। ਐਗਰੋ ਇੰਡਸਟਰੀ, ਮੈਂ ਐਗਰੀਕਲਚਰ ਦੀ ਮੇਰੀ ਬੈਕਗ੍ਰਾਉਂਡ ਹੈ। 40% ਕਣਕ ਇੰਡੀਆ ਦੀ ਪੰਜਾਬ ਪ੍ਰੋਡਿਊਸ ਕਰਦਾ ਤੇ 26% ਚੌਲ ਪ੍ਰੋਡਿਊਸ ਕਰਦਾ। ਅੱਜ ਦੇ ਦਿਨ ਅਨਇੰਪਲੋਇਮੈਂਟ ਵਿੱਚ ਪੰਜਾਬ ਪਿਛਲੇ 5 ਸਟੇਟਸ ਵਿੱਚੋਂ ਹੈਗਾ ਤੇ ਇਹਦਾ ਰੀਜ਼ਨ ਇਹ ਹੈਗਾ ਕਿ ਸਾਡੀ ਜਿਹੜੀ ਸਕੂਲ ਐਜੂਕੇਸ਼ਨ ਹੈ ਉਹ ਇੰਨੀ ਹੀ ਮਾੜੀ ਹੈ ਕਿ ਜਿਹੜੇ ਬੱਚੇ ਉੱਥੋਂ ਪੜ੍ਹ ਕੇ ਆਉਂਦੇ ਨੇ ਉਹ ਕਿਸੇ ਵੀ ਕੈਰੀਅਰ ਆਪਸ਼ਨ ਲਈ ਨਹੀਂ ਜਾ ਸਕਦੇ। ਇੱਕ ਮੇਰੇ ਦੋਸਤ ਨੇ ਗੱਲ ਕੀਤੀ ਸੀ ਆਇਲਸ ਦੀ, ਕੇਜਰੀਵਾਲ ਸਾਹਿਬ 27,000 ਕਰੋੜ ਹਰ ਸਾਲ ਪੰਜਾਬ ਤੋਂ ਬਾਹਰ ਜਾਂਦਾ ਹੈਗਾ ਜਿਹੜੀ ਫੀਸ ਹੈਗੀ ਹੈ। ਸੋ ਇਹਦੇ ਲਈ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ। ਪੰਜਾਬ ਦਿਨੋਂ ਦਿਨ ਖੋਖਲਾ ਹੋ ਰਿਹਾ। ਇੱਕ ਪੁਆਇੰਟ ਮੈਂ ਤੁਹਾਡੇ ਨਾਲ ਆ ਕਹਿਣਾ ਚਾਹੁੰਦਾ ਕਿ ਇੰਡਸਟਰੀ ਨੂੰ ਵਾਹ ਪੈਂਦਾ ਹੈਗਾ ਇੰਡਸਟਰੀ ਡਿਪਾਰਟਮੈਂਟ ਨਾਲ, ਲੇਬਰ ਦੇ ਨਾਲ, ESI ਨਾਲ, PF ਨਾਲ। ਇਹ ਸਾਰੇ ਡਿਪਾਰਟਮੈਂਟ ਦੇ ਅਲੱਗ-ਅਲੱਗ ਬੰਦੇ ਅਲੱਗ-ਅਲੱਗ ਦਿਨਾਂ ਤੇ ਲੋਕਾਂ ਨੂੰ ਆਉਂਦੇ ਨੇ, ਉਹਨਾਂ ਨੂੰ ਤੰਗ ਕਰਦੇ ਨੇ, ਉਹਨਾਂ ਨੂੰ ਹੈਰਸ ਕਰਦੇ ਨੇ। ਇਹ ਸਾਰੇ ਮਹਿਕਮੇ ਇੱਕੋ ਹੀ ਥਾਂ ਤੇ ਹੋਣੇ ਚਾਹੀਦੇ ਨੇ ਤਾਂ ਕਿ ਸਾਰੇ ਆਰਾਮ ਨਾਲ ਕੰਮ ਕਰ ਸਕਣ। ਕਈ ਹੋਰ ਪੁਆਇੰਟਸ ਨੇ ਪਰ ਵਕਤ ਘੱਟ ਹੋਣ ਕਰਕੇ ਮੈਂ ਖਤਮ ਕਰਦਾ। ਇਹ ਮੈਂ ਤੁਹਾਡੇ ਨਾਲ ਪੁਆਇੰਟਸ ਦੁਬਾਰਾ ਸ਼ੇਅਰ ਕਰਾਂਗਾ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਸੇਖੋਂ ਸਾਹਿਬ। ਸਰ ਸੇਖੋਂ ਸਾਹਿਬ ਨੇ ਇੰਡਸਟਰੀ ਦੀ ਗੱਲ ਕੀਤੀ। ਮੈਂ ਵੀ ਤੁਹਾਨੂੰ ਦੱਸਣਾ ਚਾਹੂੰਗਾ ਕਿਸ ਤਰੀਕੇ ਦੇ ਨਾਲ ਸਰਕਾਰਾਂ ਨੇ ਜਿਹੜੀਆਂ ਉਹ ਇੰਡਸਟਰੀਲਿਸਟਾਂ ਨਾਲ ਵਾਅਦੇ ਕਰਕੇ ਮੁੱਕਰ ਜਾਂਦੀਆਂ ਨੇ। ਪਿਛਲੇ ਸਮੇਂ ਦੇ ਵਿੱਚ ਕੋਵਿਡ ਦੇ ਦੌਰਾਨ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ 300 ਕਰੋੜ ਦੇ ਜਿਹੜੇ ਫਿਕਸ ਚਾਰजेस ਸੀਗੇ ਉਹ ਮਾਫ ਕੀਤੇ ਸੀਗੇ ਕੋਵਿਡ ਦੇ ਬਿਜਲੀ ਦੇ, ਤੇ ਮੁੜ ਕੇ ਬਾਅਦ ਦੇ ਵਿੱਚ ਉਸ ਤੋਂ ਬੈਕ ਟਰੈਕ ਕਰ ਗਏ। ਉਸ ਤੋਂ ਪਹਿਲਾਂ ਕਿਹਾ ਸੀ ਕਿ ਜਿਹੜੀ ਬਾਰਡਰ ਬੈਲਟ ਹੈ ਕੰਡੀ ਜਿਹਦੇ ਵਿੱਚ ਅੰਮ੍ਰਿਤਸਰ ਵੀ ਆਉਂਦਾ ਉਹਦੇ ਸਪੈਸ਼ਲ ਪੈਕੇਜ ਦਿੱਤਾ ਜਾਊਗਾ, ਉਹ ਤੋਂ ਮੁੱਕਰ ਗਏ। ਸਰ ਇਸ ਤਰੀਕੇ ਨਾਲ ਗੁੰਮਰਾਹ ਕੀਤਾ ਜਾਂਦਾ ਹੈ, ਕਿਹਾ ਜਾਂਦਾ ਬੜਾ ਆਸਾਨ ਕੀਤਾ ਜਾਂਦਾ ਪੰਜਾਬ ਦੇ ਇੰਡਸਟਰੀਅਲਿਸਟ ਤੇ ਵਪਾਰੀਆਂ ਦੇ ਉੱਪਰ ਕਿ ਅਸੀਂ 1500 ਕਰੋੜ ਦੀ ਪਾਵਰ ਸਬਸਿਡੀ ਦਿੰਦੇ ਆ, ਜਦ ਕਿ ਸਰ 21% ਟੈਕਸਿਸ ਨੇ ਜਿਹੜੇ ਡਿਊਟੀਜ਼ ਔਰ ਲੈਵੀਜ਼ ਨੇ 2100 ਕਰੋੜ ਲੈ ਲੈਂਦੇ ਨੇ 1500 ਕਰੋੜ ਦੇ ਕੇ। ਇਸ ਤਰੀਕੇ ਦੇ ਨਾਲ ਪੰਜਾਬ ਦੇ ਵਪਾਰੀਆਂ ਨੂੰ ਲੁੱਟਿਆ ਜਾ ਰਿਹਾ। ਜਿਹੜੀ ਨਵੀਂ ਇੰਡਸਟਰੀਅਲ ਪਾਲਿਸੀ ਬਣਾਈ ਹੈ ਉਹਦੇ ਵਿੱਚ ਨਵੇਂ ਇੰਡਸਟਰੀਅਲਿਸਟਾਂ ਨੂੰ ਤਾਂ ਆਵਾਜ਼ਾਂ ਮਾਰ-ਮਾਰ ਬੁਲਾਇਆ ਜਾਂਦਾ, ਪੁਰਾਣੇ ਇੰਡਸਟਰੀਅਲਿਸਟਾਂ ਨੂੰ ਉਸ ਸਕੀਮ ਦੇ ਵਿੱਚੋਂ ਬਾਹਰ ਕੀਤਾ ਗਿਆ, ਜਿਹਦੀ ਵਜ੍ਹਾ ਕਰਕੇ ਇੰਡਸਟਰੀ ਇੱਥੋਂ ਛੱਡ ਕੇ ਬਾਹਰ ਜਾ ਰਹੀ ਹੈ। ਅੰਤ ਦੇ ਵਿੱਚ ਤੁਹਾਡਾ ਸਾਰਿਆਂ ਤੋਂ ਪਹਿਲਾਂ CM ਸਾਹਿਬ ਨੂੰ ਬੁਲਾਵਾ। ਮੈਂ ਸਰ ਇੱਕ ਬੇਨਤੀ ਹੋਰ ਕਰਨੀ ਚਾਹੂੰਗਾ ਜੀ, ਕਿਉਂਕਿ ਮੇਰਾ ਵੀ ਦਰਦ ਹੈ ਜਿਹੜਾ ਉਹ ਵਪਾਰੀਆਂ ਦੇ ਨਾਲ ਜੁੜਿਆ ਰਹਿੰਦਾ ਹੈ। ਇੱਕ ਸਾਥੀ ਨੇ ਗੱਲ ਕੀਤੀ ਕਿ ਇੰਸ਼ੋਰੈਂਸ ਵਗੈਰਾ ਦੀ। ਸਰ ਮੈਂ ਇਹ ਮੰਨ ਕੇ ਚੱਲਦਾ ਕਿ ਉਹ ਵਪਾਰੀ ਜਦੋਂ ਕੋਈ ਸਪੋਜ਼ EMPLOYE ਹੈ, EMPLOYE 30-40 ਸਾਲ ਕੰਮ ਕਰਦਾ ਹੈ ਔਰ ਕੰਮ ਕਰਨ ਤੋਂ ਬਾਅਦ ਉਸ ਨੂੰ ਪੈਨਸ਼ਨ, ਗ੍ਰੈਚੁਇਟੀ ਸਭ ਕੁਝ ਮਿਲਦਾ ਹੈ। ਵਪਾਰੀ ਉਹ ਵਰਗ ਹੈ ਜਿਹੜਾ ਕਿ ਆਪਣੀਆਂ ਲਾਗਤਾਂ ਲਾਉਂਦੇ, ਆਪਣੀ ਕੈਪੀਟਲ ਲਾਉਂਦੇ, ਮਿਹਨਤਾਂ ਮਸ਼ੱਕਤਾਂ ਕਰਦਾ ਹੈ, ਆਪਦੇ ਘਰ ਪਰਿਵਾਰ ਨੂੰ ਪਾਲਦਾ ਹੈ ਤੇ ਉਸ ਤੋਂ ਬਾਅਦ ਸਟੇਟ ਦੇ ਖਜ਼ਾਨੇ ਭਰਦੇ, ਸਟੇਟ ਦੀ ਇਕਨੋਮੀ ਨੂੰ ਚਲਾਉਂਦਾ ਜਿੱਥੋਂ ਸਬਸਿਡੀਜ਼ ਔਰ ਕ੍ਰਾਸ ਸਬਸਿਡੀ ਚੱਲਦੀਆਂ ਨੇ। ਮੇਰੀ ਤੁਹਾਨੂੰ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਮਾਤਮਾ ਸੁੱਖ ਰੱਖੇ ਤੁਹਾਡੀ ਸਰਕਾਰ ਬਣ ਜਾਂਦੀ ਹੈ ਤੇ ਕਿਉਂ ਅਜਿਹਾ ਸਿਸਟਮ ਨਹੀਂ ਡਿਵੈਲਪ ਕੀਤਾ ਜਾ ਸਕਦਾ ਹੈਗਾ ਕਿ ਇੱਕ ਵਪਾਰੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ, ਬਿਜ਼ਨਸ ਈਅਰਸ ਦੇ ਦੌਰਾਨ ਜਿੰਨਾ ਬਿਜ਼ਨਸ ਕੀਤਾ, ਜਿੰਨਾ ਟੈਕਸਿਸ ਨੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਏ, ਉਹਦਾ ਕੁਝ ਨਾ ਕੁਝ ਪੋਰਸ਼ਨ ਹੈ ਜਿਹੜਾ ਜਦੋਂ ਉਹ ਵਪਾਰੀ ਆਪਦੇ ਬਿਜ਼ਨਸ ਚੋਂ ਰਿਟਾਇਰ ਹੋਣ ਲੱਗੇ ਤੇ ਉਹਨੂੰ ਪੈਨਸ਼ਨ, ਗ੍ਰੈਚੁਇਟੀ ਦੇ ਰੂਪ ਦੇ ਵਿੱਚ ਮਿਲੇ ਤਾਂ ਕਿ ਉਹਦਾ ਜਿਹੜਾ ਬੁਢਾਪਾ ਹੈ, ਉਹਦੀ ਜਿਹੜੀ 올ਡ ਏਜ ਹੈ ਉਹ ਇੱਕ ਵਧੀਆ ਸੋਹਣੇ ਤਰੀਕੇ ਦੇ ਨਾਲ, ਇੱਕ ਆਤਮ ਸਨਮਾਨ ਦੇ ਤਰੀਕੇ ਦੇ ਨਾਲ ਉਹ ਨਿਕਲ ਸਕੇ। ਇਹਦੇ ਨਾਲ ਪਰਿਵਾਰਾਂ ਦਾ ਜਿਹੜਾ ਮਾਹੌਲ ਹੈ ਉਹ ਵੀ ਵਧੀਆ ਹੋਵੇਗਾ ਔਰ ਜਿਹੜਾ ਟੈਕਸ ਐਂਬਿਟ ਹੈ, ਲੋਕ ਵਪਾਰੀ ਕਦੇ ਟੈਕਸ ਦੇਣੋਂ ਨਹੀਂ ਡਰਦਾ ਹੈਗਾ ਔਰ ਇਹਦੇ ਨਾਲ ਜਿਹੜਾ ਟੈਕਸ ਦਾ ਐਂਬਿਟ ਹੈ ਉਹ ਵੀ ਵਧੇਗਾ। ਲੋਕ ਖੁਸ਼ੀ ਦੇ ਨਾਲ ਟੈਕਸਿਸ ਦੇਣਗੇ, ਪੰਜਾਬ ਦੀ ਇਕਨੋਮੀ ਰਿਵਾਈਵ ਕਰੂਗੀ। ਮੈਂ ਬੇਨਤੀ ਕਰੂੰਗਾ ਕਿ ਤੁਹਾਡਾ ਤਾਂ ਪਹਿਲਾਂ ਇਨਕਮ ਟੈਕਸ ਦੇ ਵਿੱਚ ਤੇ ਹੁਣ ਸਰਕਾਰ ਚਲਾਉਣ ਦੇ ਬਹੁਤ ਲੰਬੇ ਤਜਰਬੇ ਨੇ। ਸਰ ਤੁਹਾਡਾ ਨਾਮ ਜੀ? ਵਰਿੰਦਰ ਸਹਿਦੇਵ ਜੀ, ਸਹਿਦੇਵ ਮਸ਼ੀਨ ਟੂਲ, ਅੰਮ੍ਰਿਤਸਰ ਇੰਜੀਨੀਅਰਿੰਗ ਲਾਈਨ ਤੋਂ ਆ। ਅੰਮ੍ਰਿਤਸਰ ਦਾ ਸ਼ਹਿਰ ਸ਼੍ਰੀ ਗੁਰੂ ਰਾਮਦਾਸ ਜੀ ਨੇ 1200 ਰੁਪਏ ਜਰ ਖਰੀਦ ਦਾ ਮਤਲਬ ਸਮਝੋਗੇ 1200 ਰੁਪਏ ਦੇ ਵਿੱਚ 3 ਪਿੰਡ ਖਰੀਦੇ ਸੀ, ਚਾਟੀ ਪਿੰਡ, ਸੁਲਤਾਨ ਪਿੰਡ ਤੇ ਗਿਲਵਾਲੀ ਗੇਟ। ਉਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਵਸਾਇਆ। ਅੰਮ੍ਰਿਤਸਰ ਵਸਾਉਣ ਤੋਂ ਬਾਅਦ 52 ਸ਼ਿਲਪੀ, ਉਸ ਵੇਲੇ ਛੋਟੀਆਂ ਸਟੇਟਾਂ ਸੀਗੀਆਂ,
कोटा आ गया, महेंद्रगढ़ आ गया, कपूरथला आ गया, मलेरकोटला आ गया, पटियाला आ गया, उन्होंने विचों 52 शिल्पी लिया के अमृतसर बिठाए, उन्होंने रहने वास्ते छोटिया छोटिया जगह दित्तियां और मुफ्त दित्तियां। उन्होंने नां दे बाजार रखे गए, जिवें कि अज भी चमड़े वाला बाजार देखते हो तुसीं, ठठेरियां वाला बाजार, ठठेरे शायद तुसीं नहीं समझ पाओगे, बर्तनों नूं हथौड़े नाल कुट कुट के बनाते हैं, वो वसाया गया। मतलब इस तरह 52 बाजार अमृतसर दे विच वसाए गए। अमृतसर दे विच बिजनेस नूं डेवलप किया गया और बिजनेस बुलंदियां ते गया। उस तो बाद महाराजा रणजीत सिंह ने अपना रोल अदा किया तो बिजनेस बहुत टॉप ते पहुंचा। अज अगर मैं गल करा तो अमृतसर शहर दे विच जेड़ी जेड़ी इंडस्ट्री गायब हो चुकी है, मैं उहदे बारे दसना चाहांगा। पेपर इंडस्ट्री अमृतसर नंबर 1 ते सी, अज भी एक इंडस्ट्री टॉप 10 ऑफ इंडिया दे विच साडी खन्ना पेपर मिल है, सिर्फ एक मिल, बाकी सारियां बंद हो चुकी। फैन इंडस्ट्री, पक्खा दी इंडस्ट्री 50% पक्खा जिहड़ा अमृतसर च बनदा सी, जिहदे विचों अज 2% बन रहा, जिहड़ा 2% बन रहा वो भी वेंटीलेटर से चल रहा। क्यों फेल ने, इसका कारण मैं बाद च दस्सां। टैक्सटाइल इंडस्ट्री सर, एक एक घर दे विच 1-1 पावरलूम चलती सी और 4-4 हज़ार लोग काम करते सी। अज वो पावरलूमां की ठक ठक खत्म हो गई है। मेरे वीर बहुत सारे इत्थे बैठे होने हैं, पावरलूम बिल्कुल खत्म है। शॉल की इंडस्ट्री सी, कंबलों की इंडस्ट्री सी, ये सारे दे सारे बिजनेस इतों शिफ्ट होके कुछ पानीपत चले गए, कुछ बद्दी चले गए, कुछ JNK चले गए, कुछ सूरत चले गए, अमृतसर च नहीं रहे। गोल्ड की इंडस्ट्री है, मेरे वीर बोले ने, लेकिन इन्हां नाल बहुत वड्डी त्रासदी है कि गोल्ड का काम जिड्डी वड्डी मंडी है उन्ना ही डाउन जा रहा। इंजीनियरिंग इंडस्ट्री, बहुत सारे मेरे भरा बैठे रहते, अमृतसर दे विच इन्ना टैलेंट है कि इन्हों इंग्लैंड तो कोई मशीन दिखा दो, ये मेरे वीर बड़े बड़े तनाट बैठे ने, बना के महीने बाद तुहाडे हाथ फड़ा देंगे। रोमियो विकर इंग्लैंड की कंपनी सी, ਉਹਦੀ एक मशीन आती है, तुसी इंडस्ट्रीलिस्ट हो सारे, अमन जी ध्यान देना, बॉक्स के पिन लगती है, बॉक्स स्टिचिंग मशीन कहा जाता है, और सब तो पहला बनी तो साढ़े अमृतसर च बनी थी। मैं ठीक है जी, अज भी अगर बन रही है तो मेरा ख्याल 90% अमृतसर च ही बन रही है। करूगेशन प्लांट फरीदाबाद कभी बनते होंगे सी, अज अमृतसर च बन रहे हैं, पर वो भी सारे वेंटीलेटर ते ने। वुड एंड मशीन स्क्रू, अमृतसर इस तरह का शहर है कि स्क्रू की इंडस्ट्री के विच चाइना नूं मात दे सकता है पर नहीं दे पा रहा, नहीं दे पा रहा। उसका कारण है कि बेचारे हिम्मत बहुत करते हैं, मशीनां भी चाइना तो लियाते हैं, लेकिन इन्हों वो असिस्टेंस नहीं मिलती, जिहदे करके फेल हो जाते हैं। चाइना के पेज ने साड़ी वो भी इंडस्ट्री खत्म कर दी है। यूटेंसिल भांडियां की इंडस्ट्री, मैं ठठेरे जिहड़ा क्या सॉरी छोटा जिहा कस्बा जंडियाला साढ़े अमृतसर का एक हिस्सा, सब तो पहला ठठेरे या भांडियां का कारोबार उत्थे बहुत टॉप ते हुंदा सी, सारे हिंदुस्तान च सप्लाई हुंदे सी, जिहड़े अज के सिर्फ 1 या 2% रह गए ने या 10 घर रह गए ने, बाकी सारा वो काम बंद हो गया। फार्मास्यूटिकल इंडस्ट्री साढ़े शहर च बहुत चंगे ढंग नाल डिवेलप हो सकती है, 30-40 यूनिट है ने, लेकिन कुछ चंगे चल रहे हैं, कुछ बिल्कुल ही बेचारे बर्बादी की कगार से बैठे ने। एक सर टैक्सटाइल प्रिंटिंग इंडस्ट्री साढ़े अमृतसर दे विच ना हुंदा सी, अज वो सारे दे सारे यूनिट बंद हो गए तो 2 या 4 यूनिट चल रहे हैं। होटल इंडस्ट्री, लोगों ने इंडस्ट्री बंद की, होटल बनाए, लेकिन अज होटल इंडस्ट्री भी वेंटीलेटर से ही है। क्यों जी, मैं ठीक कह रहा कि गलत है? वो भी वेंटीलेटर से है। साढ़े अमृतसर शहर के नाल त्रासदी है कि असी बॉर्डर से बैठे हाँ तो असी अपने यूथ नूं कुछ भी नया नहीं दे सकते। ड्रग्स ने साढ़े घरां दे विच घर कीता होया, नौजवान पीढ़ी बर्बाद हो गई है। मैं एक गल जे कहां, जिन्ने मेरे इत्थे पुलिस वाले वीर खड़े ने, अज जिन्ने भी ड्यूटी ते ने, 90% इन्हां दे बच्चे फॉरेन कंट्री च ने। ये पुलिस भर्ती क्यों नहीं करा रहे? वो पिछे कारण है कि मेरा बच्चा इत्थे बिगड़ ना जाए। ड्रग्स के दरिया ने साढ़े नौजवान पीढ़ी को तबाह कर दिता है। केजरीवाल साहब
ਇੱਕ ਦੀਵਾ ਜਗਾ ਕੇ ਰੱਖੀਏ ਤੇ ਜਦੋਂ ਲਾਈਟ ਦੇਣ ਲੱਗੇ ਤੇ ਉਹਨੂੰ ਗੁਆਂਢੀ ਚੁੱਕ ਕੇ ਲੈ ਜੇ ਤੇ ਕੀ ਮਨ ਤੇ ਬੀਤੇਗੀ। ਸਾਡੇ ਨੌਜਵਾਨ ਪੀੜ੍ਹੀਆਂ ਇਸ ਤਰ੍ਹਾਂ ਹੋ ਰਿਹਾ, ਅਸੀਂ ਬੱਚਾ ਪਾਲਦੇ ਆ, ਪਰੋਸਦੇ ਆ, ਤਗੜਾ ਕਰਦੇ ਆ, ਪੜ੍ਹਾਉਂਦੇ ਆ ਤੇ ਚੁੱਕ ਕੇ ਕੌਣ ਲੈ ਜਾਂਦਾ? ਆਸਟ੍ਰੇਲੀਆ ਵਾਲੇ ਲੈ ਗਏ ਜੀ, ਕੈਨੇਡਾ ਚਲਾ ਗਿਆ ਜੀ। ਲੇਕਿਨ ਪੰਜਾਬ ਪੰਜਾਬੀਆਂ ਦਾ ਨਹੀਂ ਰਹਿ ਰਿਹਾ। ਬੜਾ ਦੁੱਖ ਲੱਗਦਾ, ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ। ਇੱਕ ਮਿੰਟ ਗੱਲ ਕਰ ਲੈਂਦੇ ਯਾਰ। ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ, ਪਿੰਡਾਂ ਦੀਆਂ ਗਲੀਆਂ ਦੇ ਵਿੱਚ 20 ਘਰ ਨੇ ਤੇ ਇੱਕ ਘਰ 'ਚ 2 ਬਜ਼ੁਰਗ ਰਹਿੰਦੇ ਹੋਣਗੇ, ਬਾਕੀ ਖਾਲੀ ਨੇ। ਕਾਰਨ ਨੌਜਵਾਨ ਪੀੜ੍ਹੀ ਸਾਰੀ ਸਾਡੇ ਪੰਜਾਬ ਦੀ ਡਿਵੈਲਪਮੈਂਟ ਨੂੰ ਛੱਡ ਕੇ ਬਾਹਰਲੀਆਂ ਕੰਟਰੀਆਂ ਦੀ ਡਿਵੈਲਪਮੈਂਟ ਕਰ ਰਹੀ ਹੈ। ਅਸੀਂ ਉਹਨੂੰ ਬਾਹਰ ਤੋਂ ਰੋਕਣਾ ਚਾਹੁੰਦੇ ਹਾਂ। ਅਸੀਂ ਆਪਣੇ ਪੰਜਾਬ ਦੇ ਵਿੱਚ ਉਹਨਾਂ ਨੂੰ ਕੰਮ ਦੇਣਾ ਚਾਹੁੰਦੇ ਹਾਂ, ਅੰਮ੍ਰਿਤਸਰ ਦੇ ਵਿੱਚ ਕੰਮ ਦੇਣਾ ਚਾਹੁੰਦੇ ਹਾਂ ਤਾਂ ਕਿ ਉਹ ਬਾਹਰ ਨਾ ਜਾਣ। ਕੇਜਰੀਵਾਲ ਸਾਹਿਬ, ਸਾਰੀਆਂ ਮੁਸ਼ਕਲਾਂ ਕਿਉਂ ਹੋਈਆਂ? ਇਹ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਹੋਈਆਂ। ਕਿਸੇ ਵੀ ਸਰਕਾਰ ਨੇ ਕਿਸੇ ਵੀ ਇੰਡਸਟਰੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿੰਨੇ ਵੀ ਆਏ ਨੇ ਬਸ ਸਰ ਕਰ ਲਓ ਜੀ, ਸ਼ਾਰਟ ਕਰ ਲਓ। हाँ सर प्लीज जी करो कंक्लूड। दूसरा माइक दे दो जी। माइक चल रहा है। हेलो सर करो जी कंक्लूड करो जी। सिर्फ 1 मिनट ਦੇ ਵਿੱਚ ਫਿਨਿਸ਼ ਕਰ ਰਿਹਾ ਜੀ। ਸਾਡੀਆਂ ਸਰਕਾਰਾਂ ਨੇ ਕਿਸੇ ਨੇ ਵੀ ਸਾਡੇ ਬਿਜ਼ਨਸਮੈਨ ਵੱਲ ਧਿਆਨ ਨਹੀਂ ਦਿੱਤਾ। ਅਸੀਂ 2-2 3-3 ਲੱਖ ਰੁਪਇਆ 5-5 ਲੱਖ ਰੁਪਇਆ ਦਾ GST ਭਰਦੇ ਆ, ਇਨਕਮ ਟੈਕਸ ਭਰਦੇ ਆ। ਪਿੱਛੇ ਸਾਡੇ ਕੋਲ ਕਰੋਨਾ ਕਾਲ ਗਿਆ ਜਾਂ ਡੇਂਗੂ ਗਿਆ, ਕਿਸੇ ਵੀ ਸਰ ਹਸਪੀਟਲ ਨੇ ਗਿਆ, ਕਿਸੇ ਸਰਕਾਰ ਨੇ ਕਿਸੇ ਵਪਾਰੀ ਦੀ ਆਵਾਜ਼ ਨਹੀਂ ਪੁੱਛੀ। ਅਗਰ ਇੱਕ ਵਪਾਰੀ ਬਿਮਾਰ ਪੈ ਜਾਂਦਾ, ਉਹਦੀ ਇੰਡਸਟਰੀ ਫੇਲ ਹੋ ਜਾਂਦੀ ਹੈ, ਉਹਨੂੰ 2000 ਰੁਪਏ ਦੀ ਕਿਸੇ ਸਰਕਾਰ ਕੋਲੋਂ ਫੈਸਿਲਿਟੀ ਨਹੀਂ, ਉਮੀਦ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਜੇ ਅਸੀਂ ਸਰਕਾਰਾਂ ਚਲਾਉਂਦੇ ਹਾਂ ਤੁਹਾਨੂੰ ਕਮਾਈ ਕਰਕੇ ਦਿੰਦੇ ਆ, ਬਿਨਾਂ ਵਪਾਰੀ ਤੋਂ ਸਰਕਾਰ ਨਹੀਂ ਚੱਲ ਸਕਦੀ। ਲੇਕਿਨ ਵਪਾਰੀ ਦੇ ਮੁਸ਼ਕਲ ਟਾਈਮ ਦੇ ਵਿੱਚ ਸਰਕਾਰ ਨੂੰ ਉਸ ਦਾ ਸਹਾਰਾ ਬਣਨਾ ਚਾਹੀਦਾ ਜਾਂ ਨਹੀਂ ਬਣਨਾ ਚਾਹੀਦਾ, ਇਸ ਗੱਲ ਤੇ ਤੁਸੀਂ ਗਵਾਹੀ ਦਿਓ ਤਾੜੀ ਵਜਾ ਕੇ। बहुत बहुत धन्यवाद जी। ਗੁੱਡ ਆਫਟਰਨੂਨ ਸੀਐਮ ਸਾਹਿਬ। ਸਰ ਮੈਂ ਟੈਕਸਟਾਈਲ ਇੰਡਸਟਰੀ ਨੂੰ ਬਿਲੋਂਗ ਕਰਦਾ ਅੰਮ੍ਰਿਤਸਰ ਦੇ ਵਿੱਚ, ਔਰ ਮੈਂ 10 ਸਾਲ ਤੋਂ ਸ਼ੁਰੂ ਕੀਤਾ। ਪਹਿਲਾਂ ਮੈਂ ਕੰਪਨੀ ਦੇ ਵਿੱਚ OCM ਕੰਪਨੀ ਦੇ ਵਿੱਚ ਪਲਾਂਟ ਹੈਡ ਸੀਗਾ। ਮੇਰੇ ਸਿਰਫ 2 ਛੋਟੇ ਪੁਆਇੰਟ ਆ, ਮੈਂ ਸਿਰਫ 90 ਸੈਕਿੰਡ 100 ਸੈਕਿੰਡ ਲਵਾਂਗਾ। ਮੈਨੂੰ ਅਜੇ ਤੱਕ ਇਹ ਨਹੀਂ ਆਪਣੀ ਲਾਈਫ, ਆਈ ਐਮ 62 ਈਅਰ 올ਡ, ਮੈਨੂੰ ਅਜੇ ਤੱਕ ਆਪਣੀ ਲਾਈਫ 'ਚ ਅਜੇ ਤੱਕ ਇਹ ਨਹੀਂ ਸਮਝ ਆਈ ਕੰਮ ਕਰਦੇ ਆ ਕਿ ਅਸੀਂ ਇੰਡਸਟਰੀ ਵਾਲੇ ਸਾਰੇ, ਚਾਹੇ ਉਹ ਛੋਟੇ ਆ ਚਾਹੇ ਉਹ ਵੱਡੇ ਆ, ਜ਼ਿਆਦਾ ਛੋਟੇ ਤੇ ਮੀਡੀਅਮ, ਸਾਡੀ ਇੰਡਸਟਰੀ ਤੇ ਸਾਡਾ ਕਾਰੋਬਾਰ ਤੇ ਦਿਨੋਂ ਦਿਨ ਖਤਮ ਹੋਈ ਜਾਂਦਾ ਪਿਆ। ਤੇ ਪੰਜਾਬ ਦੇ ਵਿੱਚ ਜਿਹੜੀਆਂ ਵੀ ਪਾਰਟੀਆਂ ਆਈਆਂ, ਚਾਹੇ ਉਹ ਕਾਂਗਰਸ ਆਈ ਚਾਹੇ ਉਹ ਦੂਸਰੀ ਅਕਾਲੀ ਦਲ ਆਈ, ਮੈਨੂੰ ਇੱਕ ਆਦਮੀ ਕੋਈ ਵੀ ਕਿਸੇ ਦਾ ਲੀਡਰ ਦੱਸ ਦਿਓ ਜਿਨ੍ਹਾਂ ਦੇ ਐਸੈਟ ਪਿਛਲੇ 10-15 ਸਾਲਾਂ 'ਚ 1000 ਗੁਣਾ ਜਾਂ 2000 ਗੁਣਾ ਨਹੀਂ ਹੋਏ। ਉਹਦਾ ਰੀਜ਼ਨ ਟੈਕਸ। ਅਸੀਂ ਜੰਮਣ ਤੋਂ ਲੈ ਕੇ ਮਰਨ ਤੱਕ, ਜਦੋਂ ਬੱਚਾ ਜੰਮਦਾ ਚਾਹੇ ਉਹ ਸਰਕਾਰੀ ਹਸਪਤਾਲ 'ਚ ਜੰਮੇ ਚਾਹੇ ਉਹ ਪ੍ਰਾਈਵੇਟ 'ਚ ਜੰਮੇ, ਉੱਥੋਂ ਟੈਕਸ ਦੇਣਾ ਸ਼ੁਰੂ ਕਰਦੇ ਆ। ਜਿਸ ਦਿਨ ਉਹਦੀ ਕਰਮੇਸ਼ਨ ਹੁੰਦੀ ਆ ਉਸ ਦਿਨ ਵੀ ਦਿੰਦੇ ਆ, ਤੇ ਉਹਦੇ ਸਰਟੀਫਿਕੇਟ ਲੈਣ ਲੱਗਿਆ ਵੀ ਟੈਕਸ ਦੇਣਾ ਪੈਂਦਾ। ਜਦ ਕਿ ਜਿਹੜੇ ਸਾਡੇ ਜਿੰਨੇ ਵੀ ਪੁਰਾਣੀਆਂ ਪਾਰਟੀਆਂ ਰਹੀਆਂ, ਮੈਨੂੰ ਆਪਾਂ ਇੱਕ ਵੀ ਕੋਈ ਵੀ ਪਾਰਟੀ ਦਾ ਬੰਦਾ ਲੱਭ ਲਈਏ ਜਿਹਦੇ ਐਸੈਟ ਘਟੇ ਹੋਣ